ਕੋਲੇ ਦੀ ਕਮੀ ਕਰਕੇ ਪੰਜਾਬ ਦੇ ਵਿੱਚ ਡੂੰਘਾ ਹੋਇਆ ਬਿਜਲੀ ਦਾ ਸੰਕਟ। ਕਈ ਯੂਨਿਟ ਬੰਦ, ਬਾਹਰੋਂ ਮਹਿੰਗੀ ਬਿਜਲੀ ਖਰੀਦ ਰਹੀ ਸਰਕਾਰ, ਫਿਰ ਵੀ ਪੂਰੀ ਨਹੀਂ ਹੋ ਰਹੀ ਡਿਮਾਂਡ। ਬਿਜਲੀ ਸੰਕਟ ਤੇ ਹਰਕਤ ਦੇ ਵਿੱਚ ਚੰਨੀ ਸਰਕਾਰ। ਮੁੱਖ ਮੰਤਰੀ ਨੇ ਅਧਿਕਾਰੀਆਂ ਦੇ ਨਾਲ ਕੀਤੀ ਹਾਲਾਤ ਦੀ ਸਮੀਖਿਆ। ਕੇਂਦਰ ਤੋਂ ਕੋਲੇ ਦੀ ਸਪਲਾਈ ਵਧਾਉਣ ਦੀ ਮੰਗ। ਕਿਸਾਨਾਂ ਨੂੰ ਦਿੱਤਾ ਪੂਰੀ ਬਿਜਲੀ ਦੇਣ ਦਾ ਭਰੋਸਾ। ਜੇਲ੍ਹ ਪਹੁੰਚਿਆ ਲਖੀਮਪੁਰ ਕਾਂਡ ਦਾ ਮੁੱਖ ਮੁਲਜ਼ਮ। ਮੈਰਾਥਨ ਪੁੱਛਗਿੱਛ ਤੋਂ ਬਾਅਦ ਯੂਪੀ ਪੁਲਿਸ ਨੇ ਕੀਤਾ ਗ੍ਰਿਫਤਾਰ। ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ। ਲਖੀਮਪੁਰ ਕਾਂਡ ਦੀ ਖੋਟ ਵੀਡੀਓ ਆਈ ਸਾਹਮਣੇ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਰੜਦਿਆਂ ਲੰਘੀਆਂ ਸਾਇਰਨ ਵਜਾਉਂਦੀਆਂ ਗੱਡੀਆਂ। ਸੜਕ ਕਿਨਾਰੇ ਡਿੱਗੇ ਕਿਸਾਨ, ਮਚੀ ਚੀਖ ਪੁਕਾਰ। ਮੁੜ ਤੋਂ ਲੱਗਿਆ ਮਹਿੰਗਾਈ ਦਾ ਝਟਕਾ। ਲਗਾਤਾਰ 6ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ। ਪੈਟਰੋਲ 30 ਪੈਸੇ ਤਾਂ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ। ਹਿਮਾਚਲ ਦੇ ਚੰਬਾ ਦੇ ਵਿੱਚ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ। ਬੇਕਾਬੂ ਹੋ ਕੇ 30 ਮੀਟਰ ਡੂੰਘੀ ਖੱਡ ਦੇ ਵਿੱਚ ਡਿੱਗੀ ਬੱਸ। 35 ਦੇ ਕਰੀਬ ਸਵਾਰੀਆਂ ਨੂੰ ਲੱਗੀਆਂ ਸੱਟਾਂ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਬਿਜਲੀ ਦੇ ਮੁੱਦੇ ਦੇ ਉੱਤੇ। ਬੇਸ਼ੱਕ ਸਰਦੀ ਦੀ ਦਸਤਕ ਇਸ ਸਮੇਂ ਪੰਜਾਬ ਦੇ ਵਾਸੀ ਸਵੇਰੇ ਸ਼ਾਮ ਦੀ ਠੰਡ ਦੇ ਨਾਲ ਜ਼ਰੂਰ ਮਹਿਸੂਸ ਕਰ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਬਲੈਕਆਊਟ ਦਾ ਖਤਰਾ ਪੰਜਾਬ ਦੇ ਉੱਤੇ ਮੰਡਰਾ ਰਿਹਾ ਹੈ। ਯਾਨੀ ਬਿਜਲੀ ਜਾ ਸਕਦੀ ਹੈ, ਉਹ ਵੀ ਅਣਮਿੱਥੇ ਸਮੇਂ ਦੇ ਲਈ, ਤੇ ਉਸ ਦੀ ਵਜ੍ਹਾ ਹੈ ਕੋਲੇ ਦੀ ਘਾਟ, ਜਾਂ ਕਹੀਏ ਕਿ ਕੁਝ ਦਿਨਾਂ ਦਾ ਬਾਕੀ ਕੋਲਾ ਤੇ ਕੋਲੇ ਦੀ ਸਪਲਾਈ ਦੀ ਘਾਟ। ਜੀ ਹਾਂ, ਪੰਜਾਬ ਦੇ ਵਿੱਚ ਡੂੰਘਾ ਹੋ ਰਿਹਾ ਹੈ ਬਿਜਲੀ ਦਾ ਸੰਕਟ। ਕੋਲੇ ਦੀ ਕਮੀ ਕਰਕੇ ਕਈ ਥਰਮਲ ਯੂਨਿਟ ਬੰਦ ਕਰ ਦਿੱਤੇ ਗਏ ਨੇ। ਡਿਮਾਂਡ ਮੁਤਾਬਕ ਨਹੀਂ ਹੋ ਪਾ ਰਿਹਾ ਉਤਪਾਦਨ। ਤੇ ਜਾਣਕਾਰੀ ਇਹ ਵੀ ਹੈ ਕਿ ਇਸ ਸਮੇਂ ਸਰਕਾਰ ਬਾਹਰੋਂ ਮਹਿੰਗੀ ਦਰ ਦੇ ਉੱਤੇ ਬਿਜਲੀ ਖਰੀਦ ਰਹੀ ਹੈ ਤੇ ਸੂਬਾ ਵਾਸੀਆਂ ਤੱਕ ਪਹੁੰਚਾ ਰਹੀ ਹੈ। ਫਿਰ ਵੀ ਜਿਹੜੀ ਡਿਮਾਂਡ ਹੈ ਉਹ ਪੂਰੀ ਨਹੀਂ ਹੋ ਪਾ ਰਹੀ। ਕਈ ਘੰਟਿਆਂ ਦੇ ਕੱਟ ਲੱਗ ਚੁੱਕੇ ਨੇ, ਬਿਜਲੀ ਦੇ ਕੱਟ ਲੱਗ ਰਹੇ ਨੇ, ਤੇ ਜਿਹੜੇ ਥਰਮਲ ਪਲਾਂਟ ਅਜੇ ਵੀ ਚੱਲ ਰਹੇ ਨੇ ਉਹਨਾਂ ਦੇ ਉੱਤੇ ਵੀ ਸੰਕਟ ਹੈ। ਜਾਣਕਾਰੀ ਮੁਤਾਬਕ ਇਹਨਾਂ ਥਰਮਲ ਪਲਾਂਟਾਂ ਦੇ ਕੋਲ ਕੁਝ ਹੀ ਦਿਨਾਂ ਦਾ ਕੋਲਾ ਬਕਾਇਆ ਹੈ। 2 ਤੋਂ ਲੈ ਕੇ 4 ਦਿਨਾਂ ਤੱਕ ਦਾ ਹੀ ਕੋਲਾ ਬਾਕੀ ਹੈ। ਤੇ ਸਭ ਦੇ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਤੋਂ ਕੋਲੇ ਦੀ ਲੋੜੀਂਦੀ ਸਪਲਾਈ ਦੀ ਮੰਗ ਕੀਤੀ ਹੈ। ਹਾਲਾਂਕਿ ਸੀਐਮ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨੂੰ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। 5 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਕੋਲੇ ਦੀ ਕਮੀ ਹੈ ਇਸ ਸਮੇਂ। ਕੋਲੇ ਦੀ ਕਮੀ ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਣਾ ਨਜ਼ਰ ਆਈ ਹੋਵੇਗੀ, ਜਦੋਂ ਟ੍ਰੇਨ ਆਵਾਜਾਈ ਪ੍ਰਭਾਵਿਤ ਹੋਈ ਸੀ ਕਿਸਾਨ ਅੰਦੋਲਨ ਕਰਕੇ। ਪਰ ਹੁਣ ਕੋਈ ਆਵਾਜਾਈ ਦੇ ਉੱਤੇ ਕਿੰਤੂ ਪਰੰਤੂ ਜਾਂ ਦਿੱਕਤ ਨਹੀਂ ਹੈ, ਪਰ ਬਾਵਜੂਦ ਇਸ ਦੇ ਸਪਲਾਈ ਘੱਟ ਕਿਉਂ ਹੋ ਰਹੀ ਹੈ, ਇੱਕ ਵੱਡਾ ਸਵਾਲ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚੋਂ ਕਈ ਯੂਨਿਟ, ਇੱਕ ਪਲਾਂਟ ਦੇ ਵਿੱਚ ਕਈ ਯੂਨਿਟ ਹੁੰਦੇ ਨੇ, 2 ਯੂਨਿਟ 3 ਯੂਨਿਟ ਇਸ ਤਰੀਕੇ ਨਾਲ ਹੁੰਦੇ ਨੇ, ਤੇ ਉਹਨਾਂ ਦੇ ਵਿੱਚੋਂ ਕੁਝ ਯੂਨਿਟ ਬੰਦ ਨੇ ਕੋਲੇ ਦੀ ਘਾਟ ਦੀ ਵਜ੍ਹਾ ਦੇ ਨਾਲ, ਜੋ ਜਾਣਕਾਰੀ ਮਿਲ ਰਹੀ ਹੈ। ਤੇ ਸਭ ਦੇ ਵਿਚਾਲੇ ਕਿਉਂਕਿ ਸਪਲਾਈ ਪੂਰੀ ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਸਰਕਾਰ ਤੇ ਪਾਵਰਕਾਮ ਲੱਗਿਆ ਹੋਇਆ, ਇਸ ਕਰਕੇ ਜਿਹੜੇ ਨੈਸ਼ਨਲ ਗ੍ਰਿਡ ਹੈ ਉਸ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ, ਮਹਿੰਗੇ ਭਾਅ ਦੇ ਉੱਤੇ ਬਿਜਲੀ ਖਰੀਦੀ ਜਾ ਰਹੀ ਹੈ, ਤੇ ਉਸ ਤੋਂ ਬਾਅਦ ਉਹ ਸਪਲਾਈ ਕੀਤੀ ਜਾ ਰਹੀ ਹੈ। ਜਾਣਕਾਰੀ ਇਹ ਵੀ ਹੈ ਕਿ ਜਿਹੜੀ ਸਪਲਾਈ ਹੈ ਉਹ ਡਿਮਾਂਡ ਹੈ, ਉਸ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਇਸ ਸਮੇਂ ਪੰਜਾਬ 'ਚ ਨਜ਼ਰ ਆ ਰਿਹਾ ਹੈ। ਸਪਲਾਈ ਜਾਂ ਕਹੀਏ ਕਿ ਜਿਹੜੀ ਪ੍ਰੋਡਕਸ਼ਨ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੈ, ਇਸ ਕਰਕੇ ਬਾਹਰੋਂ ਬਿਜਲੀ ਲੈ ਕੇ ਪੰਜਾਬ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ। ਤੇ ਕਈ ਘੰਟਿਆਂ ਦੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਨੇ। ਤਕਰੀਬਨ ਪੰਜਾਬ ਭਰ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਈ ਥਾਵਾਂ ਤੇ ਬਿਜਲੀ ਦੇ ਕੱਟ ਲੱਗ ਰਹੇ ਨੇ। ਤੇ ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਜਿਹੜੇ ਪਾਵਰਕਾਮ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ, ਤੇ ਇਸ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਵੀ ਉਹਨਾਂ ਦੇ ਮੰਤਰੀਆਂ ਤੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਮੰਗ ਕੀਤੀ ਗਈ ਹੈ ਕਿ ਤੁਸੀਂ ਫੌਰੀ ਤੌਰ ਦੇ ਉੱਤੇ ਜਿਹੜੀ ਸਪਲਾਈ ਹੈ ਪੰਜਾਬ ਦੀ ਕੋਲੇ ਦੀ, ਉਸ ਨੂੰ ਸੁਚਾਰੂ ਕੀਤਾ ਜਾਵੇ। ਜਿੰਨੀ ਲੋੜੀਂਦੀ ਹੈ ਉਨੀ ਸਪਲਾਈ ਕੋਲੇ ਦੀ ਕੀਤੀ ਜਾਵੇ, ਤਾਂ ਕਿ ਪੰਜਾਬ ਨੂੰ ਕੋਈ ਬਿਜਲੀ ਸੰਕਟ ਦੇ ਨਾਲ ਨਾ ਜੂਝਣਾ ਪਵੇ। ਤਾਂ ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਇਸ ਸਮੇਂ ਜ਼ਰੂਰ ਨਜ਼ਰ ਆ ਰਹੀ ਹੈ, ਤੇ ਉਸ ਦਾ ਸਿੱਧਾ ਅਸਰ ਬਿਜਲੀ ਦੀ ਸਪਲਾਈ ਦੇ ਉੱਤੇ ਪੈ ਸਕਦਾ ਹੈ। ਬਲੈਕਆਊਟ ਦਾ ਖਤਰਾ ਮੰਡਰਾ ਰਿਹਾ ਹੈ। ਪੰਜਾਬ ਦੇ ਥਰਮਲ ਪਲਾਂਟ ਦੇ ਵਿੱਚ ਕੋਲੇ ਦੀ ਘਾਟ ਹੈ। ਕਿਹੜੇ
ਥਰਮਲ ਪਲਾਂਟ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੈ, ਕਿੰਨਾ ਪ੍ਰੋਡਕਸ਼ਨ ਕਰ ਸਕਦਾ, ਉਹ ਸਭ ਤੁਹਾਨੂੰ ਦੱਸਾਂਗੇ। ਸੂਬੇ ਦੀਆਂ 5 ਥਰਮਲ ਯੂਨਿਟਾਂ ਬੰਦ ਹੋ ਚੁੱਕੀਆਂ ਨੇ। ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਕ ਥਰਮਲ ਪਲਾਂਟ ਦੇ ਵਿੱਚ 2 3 4 ਯੂਨਿਟ ਐਵੇਂ ਹੁੰਦੀਆਂ ਨੇ, ਇਸ ਕਰਕੇ ਕੁਝ ਯੂਨਿਟ ਬੰਦ ਨੇ। ਤਲਵੰਡੀ ਸਾਬੋ ਪਾਵਰ ਪਲਾਂਟ ਹੈ, ਸਭ ਤੋਂ ਵੱਡਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਕਿਹਾ ਜਾਂਦਾ, ਉਸ ਦੀਆਂ 2 ਯੂਨਿਟਾਂ ਬੰਦ ਨੇ। ਇਹ ਸ਼ਨੀਵਾਰ ਦੇ ਅੰਕੜੇ ਨੇ। ਡਿਮਾਂਡ ਸਪਲਾਈ ਪੂਰਾ ਤੁਹਾਨੂੰ ਦੱਸ ਰਿਹਾ। ਡਿਮਾਂਡ 8000 ਹੈ ਤੇ ਉਤਪਾਦਨ ਜਿਹੜਾ 3784 ਮੈਗਾਵਾਟ ਹੈ ਤੇ 3184 ਮੈਗਾਵਾਟ ਬਾਹਰੋਂ ਖਰੀਦੀ ਜਾ ਰਹੀ ਹੈ। ਰੋਪੜ ਦੀ ਗੱਲ ਕਰੀਏ, ਸਮਰੱਥਾ 840 ਹੈ, ਉਤਪਾਦਨ ਇਸ ਸਮੇਂ ਸਿਰਫ 346 ਦਾ ਹੋ ਰਿਹਾ ਹੈ। ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ, ਯਾਨੀ ਕਿ 1/3 ਉਤਪਾਦਨ ਹੋ ਰਿਹਾ, ਇਸ ਕਰਕੇ ਦਿੱਕਤ ਆ ਸਕਦੀ ਹੈ। ਜੇ ਤੁਹਾਡੇ ਘਰ ਬਿਜਲੀ ਦੇ ਕੱਟ ਲੱਗ ਰਹੇ ਨੇ ਤਾਂ ਸਮਝੋ ਬਿਜਲੀ ਦੇ ਕੱਟ ਲੱਗ ਕਿਉਂ ਰਹੇ ਨੇ। ਤਲਵੰਡੀ ਸਾਬੋ 1980 ਮੈਗਾਵਾਟ ਦੀ ਪ੍ਰੋਡਕਸ਼ਨ ਕਰ ਸਕਦਾ ਹੈ। 3 ਜਿਹੜੇ ਉੱਥੇ ਯੂਨਿਟ ਹੈਗੇ ਨੇ। ਲਹਿਰਾ ਮੁਹੱਬਤ ਦਾ ਅਸੀਂ ਜ਼ਿਕਰ ਕਰੀਏ, ਸਮਰੱਥਾ 940 ਦੀ ਉਤਪਾਦਨ 643 ਹੀ ਕਰ ਪਾ ਰਿਹਾ ਹੈ। ਤੇ ਉਸ ਤੋਂ ਬਾਅਦ ਰਾਜਪੁਰਾ ਥਰਮਲ ਪਲਾਂਟ 1400 ਮੈਗਾਵਾਟ ਦੀ ਸਮਰੱਥਾ ਹੈ ਪ੍ਰੋਡਕਸ਼ਨ ਦੀ। 1320 ਮੈਗਾਵਾਟ ਇਸ ਸਮੇਂ ਪ੍ਰੋਡਕਸ਼ਨ ਕਰ ਪਾ ਰਿਹਾ ਹੈ, ਯਾਨੀ ਕਿ ਤੁਸੀਂ ਅਪ ਟੂ ਦਾ ਮਾਰਕ ਕਹਿ ਸਕਦੇ ਹੋ। 1400 ਚੋਂ 1320 ਪ੍ਰੋਡਕਸ਼ਨ ਹੋ ਰਹੀ ਹੈ। ਪਰ ਜੋ ਸਭ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਹੈ, ਉਹ ਟੋਟਲ ਡਿਮਾਂਡ ਦੇਖੋ 8000 ਮੈਗਾਵਾਟ ਹੈ। ਇਹੀ ਡਿਮਾਂਡ ਜਦੋਂ ਜੂਨ ਜੁਲਾਈ ਦਾ ਮਹੀਨਾ ਹੁੰਦਾ ਤਾਂ 12000 13000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ, ਜੋ ਇਸ ਵਾਰ ਵੀ ਪਹੁੰਚੀ। ਇਸ ਕਰਕੇ ਬਿਜਲੀ ਦੇ ਕੱਟ ਉਸ ਸਮੇਂ ਜੂਨ ਦੇ ਵਿੱਚ ਵੀ ਬਹੁਤ ਜ਼ਿਆਦਾ ਲੱਗੇ ਸੀ। ਗਰਮੀ ਬਹੁਤ ਪੀਕ ਦੇ ਉੱਤੇ ਹੁੰਦੀ ਹੈ ਤੇ ਉਸ ਦੇ ਨਾਲ ਨਾਲ ਜੋ ਕਿਸਾਨਾਂ ਨੂੰ ਵੀ ਸਪਲਾਈ ਦੇਣੀ ਪੈਂਦੀ ਹੈ ਝੋਨੇ ਦੇ ਲਈ, ਇਸ ਕਰਕੇ ਵੀ ਜਿਹੜਾ ਖੂਬ ਬਿਜਲੀ ਦੀ ਡਿਮਾਂਡ ਵਧਦੀ ਹੈ। ਖੈਰ, ਇਹ ਪੂਰੇ ਪੰਜਾਬ ਦਾ ਅਸੀਂ ਤੁਹਾਨੂੰ ਅੰਕੜਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਖਾਸ ਤੌਰ ਤੇ ਇਸ ਅੰਕੜੇ ਦੇ ਉੱਤੇ ਤੁਸੀਂ ਨਜ਼ਰ ਪਾਓ। ਜਿਹੜੀ ਡਿਮਾਂਡ ਹੈ ਉਹ 8000 ਮੈਗਾਵਾਟ ਹੈ। ਪੂਰੇ ਪੰਜਾਬ ਦੇ ਵਿੱਚ 8000 ਮੈਗਾਵਾਟ ਬਿਜਲੀ ਚਾਹੀਦੀ ਹੈ। ਜਿਹੜੀ ਉਤਪਾਦਨ ਹੈ ਉਹ 3784 ਮੈਗਾਵਾਟ ਹੈ, ਯਾਨੀ ਕਿ ਪੰਜਾਬ ਦੇ ਜਿਹੜੇ ਥਰਮਲ ਪਲਾਂਟ ਨੇ ਉਹ 4000 ਮੈਗਾਵਾਟ ਤੋਂ ਵੀ ਘੱਟ, ਅੱਧ ਤੋਂ ਵੀ ਘੱਟ ਪ੍ਰੋਡਿਊਸ ਕਰ ਰਹੇ ਨੇ। ਤੇ ਇਸ ਕਰਕੇ ਬਾਹਰੋਂ ਜਿਹੜੀ ਖਰੀਦ ਹੈ ਉਹ ਕਰਨੀ ਪੈ ਰਹੀ ਹੈ ਬਿਜਲੀ ਦੀ। ਕਰੀਬ 3200 ਮੈਗਾਵਾਟ ਬਾਹਰੋਂ ਖਰੀਦ ਰਹੀ ਹੈ ਸਰਕਾਰ, ਪਾਵਰਕਾਮ, ਤੇ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਭਰ ਦੇ ਵਿੱਚੋਂ ਆਪਣੇ ਦਰਸ਼ਕਾਂ ਦੀ ਗੱਲ ਕਰਵਾਉਣ ਦੀ, ਜਿਹੜੇ ਲੋਕ ਇਸ ਸਮੇਂ ਬਿਜਲੀ ਸੰਕਟ ਦੇ ਨਾਲ ਜੂਝ ਰਹੇ ਹਨ। ਪੂਰੇ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਬਿਜਲੀ ਸੰਕਟ ਹੈ ਤੇ ਲੋਕ ਇਸ ਤਰ੍ਹਾਂ ਇਸ ਸਮੇਂ ਖੱਜਲ ਖੁਆਰ ਹੋ ਰਹੇ ਨੇ, ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਭਰ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜਨਗੇ। ਮੈਂ ਸ਼ੁਰੂਆਤ ਕਰਦਾ ਜਲੰਧਰ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਸੁਰਿੰਦਰ ਕੰਬੋਜ, ਤੇ ਗਿੱਦੜਬਾਹਾ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਸੂਰਜਪਾਨ। ਪਹਿਲਾਂ ਆਪਾਂ ਗਿੱਦੜਬਾਹਾ ਦਾ ਰੁਖ ਕਰਦੇ ਹਾਂ। ਸੋ ਇਹ ਦੱਸੋ, ਗਿੱਦੜਬਾਹਾ ਦੇ ਵਿੱਚ ਪਾਵਰ ਕੱਟ ਦੀ ਪਰੇਸ਼ਾਨੀ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਜਾਂ ਗਿੱਦੜਬਾਹਾ ਦੇ ਵਿੱਚ ਬਿਜਲੀ ਸਪਲਾਈ ਦੀ ਕੋਈ ਦਿੱਕਤ ਨਹੀਂ? ਹਲਕਾ ਨਵੇਂ ਬਣੇ ਮੰਤਰੀ ਸਾਹਿਬ ਦਾ ਹੈ। ਕੱਲ ਸਾਰਾ ਦਿਨ ਬਿਜਲੀ ਗੁੱਲ ਰਹੀ। ਆਪਾਂ ਲੋਕਾਂ ਨਾਲ ਗੱਲਬਾਤ ਕਰ, ਦੁਕਾਨਦਾਰ ਮੇਰੇ ਨਾਲ ਗੱਲ ਕਰਦੇ ਆ। ਕਿਵੇਂ ਦੇਖਦੇ ਹੋ ਕੱਲ ਬਿਜਲੀ ਕਿੰਨਾ ਟਾਈਮ ਰਹੀ, ਕੀ ਕਹੋਗੇ? ਬਿਜਲੀ ਕੱਲ ਸਾਰਾ ਦਿਨ ਹੀ ਨਹੀਂ ਆਈ ਜੀ। ਬਿਜਲੀ ਕੱਲ ਸਾਰਾ ਦਿਨ ਹੀ ਨਹੀਂ ਆਈਗੀ ਤੇ ਹਵਾ, ਪਾਣੀ ਤੇ ਬਿਜਲੀ ਇਹ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਜੀ, ਇਹ ਪੂਰੀਆਂ ਨਹੀਂ ਹੋ ਰਹੀਆਂ ਗੀਆਂ। ਜੋ ਵੀ ਕਾਰਨ ਹੋਵੇ ਉਹਨੂੰ ਸੌਰਟ ਆਊਟ ਕਰਕੇ ਮੁੱਖ ਮੰਤਰੀ ਜੀ ਨੂੰ ਅਪੀਲ ਹੈ ਜਲਦੀ ਤੋਂ ਜਲਦੀ ਬਿਜਲੀ ਦੀ ਮੁੜ ਬਹਾਲੀ ਕੀਤੀ ਜਾਵੇ, ਕਿਉਂਕਿ ਜਨਤਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਉਦਯੋਗਿਕ ਢਾਂਚਾ ਤਬਾਹ ਹੋ ਜਾਊਗਾ ਜੇ ਬਿਜਲੀ ਦਾ ਹਾਲਾਤ ਇਹੀ। ਮੁਸ਼ਕਿਲ ਕਿੰਨੀ ਆ ਰਹੀ ਹੈ ਦੁਕਾਨਦਾਰ ਖਾਸ ਤੌਰ ਤੇ, ਕਿੰਨੀ ਦਿੱਕਤ ਆ ਰਹੀ ਹੈ? ਬਹੁਤ ਮੁਸ਼ਕਿਲ ਆ ਰਹੀ ਹੈ ਜੀ। ਨਾ ਤਾਂ ਕੰਡੇ ਚੱਲ ਰਹੇ ਹੈਗੇ, ਕਿਸੇ ਕਿਸਮ ਦਾ ਕੋਈ ਵੀ ਸਹਿਯੋਗ ਨਹੀਂ ਮਿਲ ਰਿਹਾ। ਫੁੱਟ ਸਾਹਿਬ ਕੀ ਕਹੋਗੇ, ਕਿੰਨੀ ਦਿੱਕਤ ਕਿੰਨੀ ਆ ਰਹੀ ਹੈ, ਕਿੰਨੇ ਦੁਕਾਨਦਾਰ ਪੇਸ਼ ਆ ਰਹੇ? ਕੱਲ ਦੀ ਲਾਈਟ ਦੀ ਗੱਲ ਕੀਤੀ ਜਾਵੇ, ਕਿੰਨਾ ਟਾਈਮ ਲਾਈਟ ਆਈ? ਕੱਲ ਸਾਰਾ ਦਿਨ ਬੰਦ ਰਹੀ ਜੀ ਲਾਈਟ, ਉਹਦੇ ਕਰਕੇ ਬਹੁਤ ਦਿੱਕਤਾਂ ਆਈਆਂ। ਸਾਰੀਆਂ ਇੰਡਸਟਰੀਆਂ ਬੰਦ ਪਈਆਂ, ਜਿਹਦੇ ਕਰਕੇ ਬਹੁਤ ਹੀ ਭਾਰੀ ਨੁਕਸਾਨ ਹੋ ਰਿਹਾ ਹੈ। ਅੱਗੇ ਹੀ ਕਈ ਇੰਡਸਟਰੀਆਂ ਬੰਦ ਹੋ ਚੁੱਕੀਆਂ ਹਨ। ਖਾਸ ਤੌਰ ਤੇ ਕੰਮ ਤੇ ਕਿੰਨਾ ਪ੍ਰਭਾਵ ਹੁੰਦਾ ਹੈ? ਦੁਕਾਨਦਾਰੋਂ ਕੰਮਕਾਜ ਕਰਨਾ ਹੈ, ਫੈਕਟਰੀਆਂ ਬੰਦ ਹੋ ਗਈਆਂ ਨੇ, ਘਰ ਦੀ ਲਾਈਟ ਨਹੀਂ ਚੱਲ ਰਹੀ, ਕਿਸਾਨਾਂ ਦੀ ਲਾਈਟ ਨਹੀਂ ਚੱਲ ਰਹੀਗੀ। ਪੂਰਾ ਹੀ ਨੁਕਸਾਨ ਹੈ ਜੀ, ਸਾਰਾ ਨੁਕਸਾਨ ਹੀ ਨੁਕਸਾਨ ਹੈ ਜੀ। ਵੀ ਇਹਦੇ ਕਰਕੇ ਸਾਰਾ ਜਦੋਂ ਕੰਮ ਹੀ ਠੱਪ ਹੈ ਜੀ, ਜੋ ਕੰਡੇ ਪੱਟੇ ਕੁਝ ਵੀ ਚੱਲ ਰਿਹਾ ਜੀ, ਨੁਕਸਾਨ ਹੀ ਨੁਕਸਾਨ। ਕੀ ਲੱਗਦਾ ਜ਼ਿੰਮੇਵਾਰ ਕੌਣ? ਜ਼ਿੰਮੇਵਾਰ ਚੰਨੀ ਜੀ ਹੈਗੀ ਹੈ, ਸੈਂਟਰ ਸਰਕਾਰ ਹੈਗੀ ਹੈ। ਵੀ ਜੋ ਆਪਾਂ ਦਾ ਪੰਜਾਬ ਗਵਰਨਮੈਂਟ ਨੂੰ ਬਿਜਲੀ ਪੈਦਾ ਕਰਕੇ ਦੇਣ, ਉਹ ਜਿੱਥੋਂ ਮਰਜ਼ੀ ਅਰੇਂਜਮੈਂਟ ਕਰੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਭਾਜੀ ਮੁਸ਼ਕਿਲ ਕਿੰਨੀ ਆ ਰਹੀ ਹੈ, ਖਾਸ ਤੌਰ ਤੇ ਪਿੰਡਾਂ ਦੀ ਗੱਲ ਕੀਤੀ ਹੈ? ਮੁਸ਼ਕਿਲ ਤਾਂ ਬਹੁਤ ਜ਼ਿਆਦਾ ਆ ਰਹੀ ਹੈ ਜੀ। ਜਿਵੇਂ ਹੁਣ ਮੱਛਰ ਦਾ ਵੀ ਟਾਈਮ ਚੱਲ ਰਿਹਾ ਹੈ, ਡੇਂਗੂ ਜਿਵੇਂ ਹੁਣ
ਬਹੁਤ ਜ਼ਿਆਦਾ ਚੱਲੀ ਜਾਂਦਾ ਹੈ। ਬੱਚਿਆਂ ਦਾ ਇਹ ਡਰ ਹੁੰਦਾ ਵੀ ਜਿਵੇਂ ਲਾਈਟ ਦੇ ਜਨਰੇਟਰ ਪਾਣੀ ਤਾਂ ਇੰਨਾ ਖਰਚਾ ਨਹੀਂ ਕੋਈ ਹਰ ਬੰਦਾ ਕਰ ਸਕਦਾ, ਤੇ ਪਰ ਜਿਵੇਂ ਸਾਡੇ ਸੀਐਮ ਸਾਹਿਬ ਪੰਜਾਬ ਦੇ ਸੈਂਟਰ ਗਵਰਨਮੈਂਟ ਨੂੰ ਅਪੀਲ ਕਰ ਰਹੇ ਆ, ਕੋਲੇ ਦੀ ਮੰਗ ਕਰ ਰਹੇ ਆ, ਤੇ ਸੈਂਟਰ ਸਰਕਾਰ ਮੋਦੀ ਸਾਹਿਬ ਨੂੰ ਵੀ ਇਸ 'ਤੇ ਗੌਰ ਕਰਕੇ ਤੇ ਪੰਜਾਬ ਨੂੰ ਕੋਲਾ ਦੇਣਾ ਚਾਹੀਦਾ, ਜੋ ਕਿ ਇਹ ਬਿਜਲੀ ਦਾ ਕੰਮ ਚੱਲ ਸਕੇ। ਬਿਲਕੁਲ, ਲੋਕ ਨੇ ਜ਼ਾਹਿਰ ਤੌਰ ਤੇ ਗੌਰਵ ਪਰੇਸ਼ਾਨ ਜ਼ਰੂਰ ਨੇ, ਕਹਿ ਰਹੇ ਨੇ ਕਿ ਲਾਈਟ ਹੈ ਆਣੀ ਚਾਹੀਦੀ ਹੈ। ਖਾਸ ਤੌਰ ਤੇ ਖੇਤਾਂ ਦੇ ਵਿੱਚ ਕਿਸਾਨ ਪਰੇਸ਼ਾਨ ਹੋ ਰਹੇ ਨੇ, ਦੁਕਾਨਦਾਰ ਪਰੇਸ਼ਾਨ ਹੋ ਰਹੇ ਨੇ, ਵਪਾਰੀ ਵਰਗਾ ਪਰੇਸ਼ਾਨ ਹੋ ਰਿਹਾ, ਤਾਂ ਕਰਕੇ ਉਮੀਦ ਇਹ ਕੀਤੀ ਜਾ ਰਹੀ ਹੈ ਕੋਲੇ ਦੀ ਸਪਲਾਈ ਹੈ ਜਿਹੜੀ ਬਹਾਲ ਹੋਵੇ, ਤਾਂ ਕਰਕੇ ਲੋਕ ਜਿਹੜੀ ਖੱਜਲ ਖੁਆਰੀ ਹੈ ਉਹ ਘਟ ਸਕੇ। ਠੀਕ ਹੈ ਸੂਰਜ, ਅਸੀਂ ਪਹਿਲੀ ਥਾਂ ਦੇ ਉੱਤੇ ਇਸ ਸਮੇਂ ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕ ਕੀ ਬਿਜਲੀ ਦੀ ਕਿੱਲਤ ਦੇ ਨਾਲ ਪਰੇਸ਼ਾਨ ਹੋ ਰਹੇ ਨੇ, ਤਾਂ ਗਿੱਦੜਬਾਹਾ ਜਵਾਬ ਹੈ ਹਾਂ, ਕਿਉਂਕਿ ਦੁਕਾਨਦਾਰ ਕਹਿ ਰਹੇ ਨੇ ਕਿ ਬਿਜਲੀ ਦੀ ਕਿੱਲਤ ਹੈ ਤੇ ਇਸ ਕਰਕੇ ਜਿਹੜੇ ਉਹਨਾਂ ਦੇ ਉੱਥੇ ਇਕਵਿਪਮੈਂਟਸ ਹੁੰਦੇ ਨੇ ਦੁਕਾਨ ਦੇ ਵਿੱਚ ਉਹ ਵੀ ਨਹੀਂ ਚੱਲ ਪਾ ਰਹੇ, ਉਹਨਾਂ ਨੂੰ ਰੈਗੂਲਰ ਚਾਰਜ ਕਰਨਾ ਪੈਂਦਾ ਹੈ। ਤੇ ਯਾਨੀ ਗਿੱਦੜਬਾਹਾ ਦੇ ਵਿੱਚ ਬਿਜਲੀ ਦੀ ਕਿੱਲਤ ਹੈ, ਲੋਕ ਇਸ ਸਮੇਂ ਪਰੇਸ਼ਾਨ ਨੇ। ਮੈਂ ਰੁਕ ਕਰਾਂਗਾ, ਸੁਰਿੰਦਰ ਕੰਬੋਜ ਜਲੰਧਰ ਤੋਂ ਸਾਡੇ ਨਾਲ ਨੇ ਤੇ ਇਸ ਵਿਚਾਲੇ ਮਨਦੀਪ ਸਾਡੇ ਸਹਿਯੋਗੀ ਸਾਡੇ ਨਾਲ ਫਿਰੋਜ਼ਪੁਰ ਤੋਂ ਵੀ ਜੁੜ ਚੁੱਕੇ ਨੇ। ਪਹਿਲਾਂ ਮੈਂ ਜਲੰਧਰ ਦਾ ਰੁਕ ਕਰਦਾ ਹਾਂ। ਸੁਰਿੰਦਰ ਦੱਸੋ, ਜਲੰਧਰ ਦੇ ਵਿੱਚ ਬਿਜਲੀ ਨੂੰ ਲੈ ਕੇ ਕੀ ਅਪਡੇਟ ਹੈ, ਕਿ ਕਿੱਲਤ ਹੈ ਜਾਂ ਨਹੀਂ? ਬਿਲਕੁਲ ਗੌਰਵ, ਜਿੱਦਾਂ ਕਿ ਅਸੀਂ ਇਸ ਵੇਲੇ ਜਲੰਧਰ ਦੇ ਪਿੰਡ ਦੇ ਵਿੱਚ ਖੜੋਤੇ ਹੈਗੇ ਆ, ਔਰ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਬਿਜਲੀ ਨੂੰ ਲੈ ਕੇ ਬੱਤਰ ਹੋਏ ਹੋਏ ਆ, ਕਿਉਂਕਿ ਜੋ ਬਿਜਲੀ ਵਿਭਾਗ ਦੇ ਜਿਹੜੇ ਸੂਤਰ ਹੈ ਉਹਨਾਂ ਤੋਂ ਜਾਣਕਾਰੀ ਮਿਲੀ ਹੈਗੀ ਵੀ ਜਿਹੜੇ ਸ਼ਹਿਰੀ ਇਲਾਕੇ ਹੈਗੇ ਉੱਥੇ 3 ਤੋਂ 4 ਘੰਟੇ ਦਾ ਕੱਟ ਡੇਲੀ ਲੱਗੇਗਾ, ਔਰ ਪਿੰਡਾਂ ਦੇ ਵਿੱਚ 8 ਤੋਂ 10 ਘੰਟੇ ਦਾ ਕੱਟ ਲੱਗੇਗਾ। ਔਰ ਸ਼ਹਿਰ ਦੇ ਵਿੱਚ ਰਾਤੀ ਬਲੈਕ ਆਊਟ ਰਿਹਾ, 3.5 ਘੰਟੇ ਲਾਈਟ ਗਈ ਰਹੀ ਹੈਗੀ ਆ, ਔਰ 11:30 ਵਜੇ ਦੇ ਕਰੀਬ ਜਿਹੜੀ ਰਾਤੀ ਲਾਈਟ ਆਈ ਹੈਗੀ ਆ, ਔਰ ਇਹਦੇ ਨਾਲ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਬੱਚੇ ਆਨਲਾਈਨ ਸਟੱਡੀ ਕਰ ਰਹੇ ਸੀ ਉਦੋਂ ਦਿੱਕਤਾਂ ਦਾ ਸਾਹਮਣਾ ਵੀ ਦੇਖਣ ਨੂੰ ਮਿਲਿਆ ਹੈਗਾ, ਪਰ ਆਫਲਾਈਨ ਦੇ ਵਿੱਚ ਹੁਣ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਆ, ਆਉਣ ਵਾਲੇ ਸਮੇਂ ਦੇ ਵਿੱਚ ਐਗਜ਼ਾਮ ਵੀ ਹੋਣੇ ਹੈਗੇ ਆ। ਇਸ ਨੂੰ ਲੈ ਕੇ ਵੀ ਬੱਚੇ ਕਾਫੀ ਪਰੇਸ਼ਾਨ ਹੈਗੇ, ਔਰ ਉਹਨਾਂ ਦੇ ਮਾਂ-ਬਾਪ ਵੀ ਕਾਫੀ ਪਰੇਸ਼ਾਨ ਹੈਗੇ ਆ। ਜੇ ਦੁਕਾਨਦਾਰਾਂ ਦੀ ਗੱਲ ਕਰੀਏ, ਉਹ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਪਰੇਸ਼ਾਨੀ ਜ਼ਾਹਰ ਕਰ ਰਹੇ ਨੇ। ਗੱਲ ਕਰ ਲੈਣੇ ਸਥਾਨਕ ਲੋਕ ਮੌਜੂਦ ਹੈਗੇ, ਉਹਨਾਂ ਨਾਲ ਗੱਲ ਕਰਦੇ ਆ। ਭਾਜੀ, ਬਿਜਲੀ ਗਈ ਸੀਗੀ ਰਾਤ, 3.5 ਘੰਟੇ ਕੱਟ ਲੱਗਾ ਰਿਹਾ, ਕਿਵੇਂ ਦੇਖਦੇ ਹੋ? ਕਿਉਂਕਿ ਕੋਲਾ ਜਿਹੜਾ ਹੈਗਾ ਆ ਉਹ ਲਗਾਤਾਰ ਜਿਹੜੇ ਥਰਮਲ ਪਲਾਂਟ ਹੈਗੇ ਖਤਮ ਹੋ ਚੁੱਕਾ, ਕਿਸੇ ਥਰਮਲ ਪਲਾਂਟ 'ਚ 8 ਦਿਨਾਂ ਦਾ ਕੋਲਾ ਪਿਆ ਹੈ, ਕਈਆਂ 'ਚ 2 ਦਿਨਾਂ ਦਾ ਕੋਲਾ ਪਿਆ, ਇਸ ਨੂੰ ਕਿੱਦਾਂ ਦੇਖ ਰਹੇ ਹੋ? ਇਹ ਦੇਖੋ ਜੀ, ਚੰਨੀ ਸਾਹਿਬ ਨੂੰ ਬੇਨਤੀ ਆ ਜੀ, ਬਥੇਰੇ ਭੰਗੜੇ ਪਾਲੇ, ਹੁਣ ਆਪਣੇ ਮੰਤਰੀਆਂ ਨੂੰ ਕਹਿਣ ਵੀ ਇੱਧਰ ਵੀ ਧਿਆਨ ਦੇਣ। ਕੱਲ ਸਾਰੀ ਦਿਹਾੜੀ ਵੀ ਲਾਈਟ ਬੰਦ ਰਹੀ, ਰਾਤ ਤਕਰੀਬਨ 11-12 ਵਜੇ ਲਾਈਟ ਆਈ। ਇਸ ਤੇ ਪਹਿਲਾਂ ਬੱਚਿਆਂ ਦੀ ਸਟੱਡੀ ਆਨਲਾਈਨ ਸੀਗੀ, ਉਦੋਂ ਲਾਈਟ ਦੇ ਨਹੀਂ ਇੰਨੀ ਪ੍ਰੋਬਲਮ ਆਈ, ਹੁਣ ਲਾਈਟ ਜਾਣ ਤੇ ਬੱਚਿਆਂ ਦੀ ਸਟੱਡੀ ਤੇ ਵੀ ਕਾਫੀ ਫਰਕ ਪਏਗਾ। ਜੀ ਬਿਲਕੁਲ ਗੌਰਵ, ਦੁਕਾਨਦਾਰ ਹੈਗੇ ਆ, ਹਲਵਾਈ ਦਾ ਕੰਮ ਹੈਗਾ ਇਹਨਾਂ ਦਾ। ਸਰ, ਕਿਵੇਂ ਦੇਖਦੇ ਹੋ? ਬਿਜਲੀ ਦਾ ਸੰਕਟ ਕਾਫੀ ਆ ਰਿਹਾ, ਲਗਾਤਾਰ ਕੱਟ ਲੱਗਣੇ ਸ਼ੁਰੂ ਹੋ ਰਹੇ, ਜੋ ਸਰਕਾਰ ਵੱਲੋਂ ਕਿਹਾ ਗਿਆ, ਬਿਜਲੀ ਮਹਿਕਮੇ ਵੱਲੋਂ ਕਿਹਾ ਗਿਆ, ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਤੁਹਾਡੀ ਦੁਕਾਨਦਾਰੀ ਆ, ਕਿਉਂਕਿ ਸਮਾਨ ਤੁਹਾਡਾ ਜਿਹੜਾ ਹੈਗਾ ਆ ਬਿਜਲੀ ਤੋਂ ਬਗੈਰ ਨਹੀਂ ਰਹਿ ਸਕਦਾ ਹੈਗਾ, ਫ੍ਰਿਜ ਵੀ ਚੱਲਣੇ ਹੈਗੇ, ਭੱਠੀਆਂ ਵੀ ਚੱਲਣੀਆਂ ਹੈਗੀਆਂ। ਬਹੁਤ ਮੁਸ਼ਕਲਾਂ ਹੁੰਦੀਆਂ ਜੀ, ਫ੍ਰਿਜ ਬੰਦ ਹੋ ਜਾਂਦੇ ਆ, ਫ੍ਰਿਜ ਗਰਮ ਹੋ ਕੇ ਚੀਜ਼ਾਂ ਖਰਾਬ ਹੋ ਜਾਂਦੀਆਂ, ਖਾਣ ਪੀਣ ਵਾਲੀਆਂ ਵਸਤੂ ਆ ਸਾਰੀ। ਲਾਈਟ ਦੀ ਬਾਹਲੀ ਪ੍ਰੋਬਲਮ ਅੱਗੇ ਨਹੀਂ ਸੀ ਆਉਂਦੀ, ਕਿਉਂਕਿ ਹੁਣ ਬਿਜਲੀ ਮਹਿਕਮੇ ਵੱਲੋਂ ਕਿਹਾ ਗਿਆ ਹੈਗਾ ਵੀ ਪਿੰਡਾਂ ਦੇ ਵਿੱਚ 10 ਘੰਟੇ ਦਾ ਕੱਟ ਲੱਗੇਗਾ, ਸ਼ਹਿਰ ਦੇ ਵਿੱਚ 4 ਘੰਟੇ ਦਾ ਕੱਟ ਲੱਗੇਗਾ, ਕੋਲਾ ਖਤਮ ਹੋ ਰਿਹਾ ਹੈਗਾ, ਇਹਨੂੰ ਕਿਸ ਤਰ੍ਹਾਂ ਦੇਖਦੇ? ਪਰ ਬਹੁਤ ਮੁਸ਼ਕਲ ਹੋਏਗਾ ਨਾ, ਕੋਲੇ ਦਾ ਹੱਲ ਮੰਤਰੀਆਂ ਨੂੰ ਕਰਨਾ ਚਾਹੀਦਾ। ਨਵੇਂ ਮੰਤਰੀ ਆਏ ਆ, ਕੋਈ ਧਿਆਨ ਦੇਣ ਬਿਜਲੀ ਬੋਰਡ ਵੱਲ ਸਾਰਾ। ਬਿਲਕੁਲ ਗੌਰਵ, ਜਿੱਦਾਂ ਕਿ ਜਿਹੜੇ ਸਥਾਨਕ ਲੋਕ ਹੈਗੇ ਉਹਨਾਂ ਦਾ ਕਹਿਣਾ ਵੀ ਜਿਹੜੇ ਨਵੀਂ ਕੈਬਨਿਟ ਬਣੀ ਹੈਗੀ ਆ, ਨਵੇਂ ਮੰਤਰੀ ਆਏ ਹੈਗੇ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਜਿਹੜੇ ਕੋਲੇ ਦੀ ਕਿੱਲਤ ਹੈਗੀ ਆ ਉਸ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ, ਤਾਂ ਕਿ ਜਿਹੜਾ ਇਹ ਆਉਣ ਵਾਲਾ ਬਿਜਲੀ ਦਾ ਸੰਕਟ ਹੈਗਾ, ਬਲੈਕ ਆਊਟ ਜਿਹੜਾ ਹੋਣ ਜਾ ਰਿਹਾ ਹੈਗਾ, ਇਸ ਦੇ ਉੱਤੇ ਜਲਦ ਤੋਂ ਜਲਦ ਜਿਹੜੀ ਠੱਲ ਪਾਈ ਜਾ ਸਕੇ, ਔਰ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਜਿਹੜੀਆਂ ਉਹ ਦਿੱਤੀਆਂ ਜਾਣ। ਗੌਰਵ, ਬਿਲਕੁਲ ਲਾਜ਼ਮੀ ਤੌਰ ਤੇ, ਕਿਉਂਕਿ ਕੇਂਦਰ ਦੇ ਨਾਲ ਲਗਾਤਾਰ ਗੱਲਬਾਤ ਵੀ ਹੋ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਬਿਜਲੀ ਮਹਿਕਮਾ ਮੁੱਖ ਮੰਤਰੀ ਦੇ ਕੋਲ ਹੈ ਤੇ ਸੀਐਮ ਕਹਿ ਵੀ ਰਹੇ ਨੇ ਕਿ ਮੈਂ ਲਗਾਤਾਰ ਮੀਟਿੰਗਸ ਇਸ ਪੂਰੇ ਮੁੱਦੇ ਉੱਤੇ ਕਰ ਰਿਹਾ ਹਾਂ। ਹੁਣ ਰੁਕ ਕਰਦੇ ਹਾਂ, ਅਸੀਂ ਫਿਰੋਜ਼ਪੁਰ ਦਾ ਮਨਦੀਪ ਸਾਡੇ ਨਾਲ ਨੇ। ਤਾਂ ਜਿਹੜੀ ਕਿੱਲਤ ਹੈ ਉਹ ਗਿੱਦੜਬਾਹਾ ਦੇ ਵਿੱਚ ਵੀ ਹੈ ਤੇ ਜਲੰਧਰ ਦੇ ਵਿੱਚ ਵੀ ਹੈ, ਤੇ ਹਾਲ ਪੁੱਛਦੇ ਹੁਣ ਫਿਰੋਜ਼ਪੁਰ ਦਾ। ਮਨਦੀਪ ਦੱਸੋ, ਫਿਰੋਜ਼ਪੁਰ ਦੇ ਵਿੱਚ ਸਰਹੱਦੀ ਖੇਤਰ ਹੈ, ਬਿਜਲੀ ਦੀ ਕਿੱਲਤ ਹੈ ਜਾਂ ਨਹੀਂ ਹੈ? ਦੁਕਾਨਦਾਰਾਂ ਤੋਂ ਲੈ ਕੇ ਕਿਸਾਨਾਂ ਤੱਕ ਦਾ ਕੀ ਕੁਝ ਉੱਥੇ ਕਹਿਣਾ ਹੈ, ਆਮ ਲੋਕਾਂ ਦਾ ਕੀ ਕੁਝ ਕਹਿਣਾ ਹੈ? ਜੀ ਗੌਰਵ, ਜੇ ਗੱਲ ਕਰੀਏ ਫਿਰੋਜ਼ਪੁਰ ਦੇ ਵਿੱਚ ਵੀ ਸਰਹੱਦੀ ਇਲਾਕਾ, ਔਰ ਕਿੱਲਤ ਜਿਹੜੀ ਹੈ ਕੋਲੇ ਦੀ ਜਿਹੜੀ ਪੰਜਾਬ ਨੂੰ ਆ ਰਹੀ ਹੈ, ਉਸ ਦੇ ਨਾਲ ਜਿਹੜਾ ਫਿਰੋਜ਼ਪੁਰ ਦੇ ਵਿੱਚ ਵੀ ਸਰਹੱਦੀ ਇਲਾਕਾ, ਬਾਰਡਰ ਇਲਾਕਾ, ਉਸ ਦੇ ਵਿੱਚ ਵੀ ਕਿੱਲਤ ਦੇ ਨਾਲ ਕੱਲ ਰਾਤ ਜਿਹੜਾ ਹੈ ਕਾਫੀ ਦੇਰ ਤੱਕ ਬਲੈਕ ਆਊਟ ਰਿਹਾ, ਔਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਔਰ ਜੇ ਗੱਲ ਕਰੀਏ ਤੇ ਅੱਜ ਵੀ ਜਿਹੜਾ ਬਿਜਲੀ ਵਿਭਾਗ ਵੱਲੋਂ ਇਹ ਲੋਕਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਕਿ ਅੱਜ ਵੀ ਜਿਹੜਾ ਸ਼ਹਿਰੀ ਇਲਾਕੇ ਦੇ ਵਿੱਚ 3 ਘੰਟੇ ਦੇ ਕਰੀਬ ਜਿਹੜਾ ਕੱਟ ਰਹੇਗਾ, ਔਰ ਪਿੰਡਾਂ ਦੇ ਵਿੱਚ 5 ਘੰਟੇ ਦੇ ਕਰੀਬ ਜਿਹੜਾ ਹੈ ਬਿਜਲੀ ਦਾ ਕੱਟ ਰਹੇਗਾ, ਔਰ ਜਿਸ ਦੇ ਨਾਲ
ਪਿੰਡਾਂ ਦੇ ਲੋਕ ਨੇ ਜਿਹੜੇ ਸਰਹੱਦੀ ਇਲਾਕਿਆਂ 'ਚ ਵਸੇ ਹੋਏ ਆ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ ਰਾਤ ਵੀ ਜਿਹੜਾ 1.5 ਘੰਟੇ ਦੇ ਕਰੀਬ ਬਲੈਕ ਆਊਟ ਹੋਇਆ ਰਿਹਾ ਸਰਹੱਦੀ ਇਲਾਕਾ ਫਿਰੋਜ਼ਪੁਰ। ਮੇਰੇ ਨਾਲ ਇੱਥੇ ਸਰਹੱਦੀ ਇਲਾਕੇ ਦੇ ਲੋਕ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਾਂ ਕਰਾਂਗੇ ਕਿ ਕਿਸ ਤਰ੍ਹਾਂ ਜੀ ਹੁਣ ਜੇ ਬਿਜਲੀ ਦੇ ਕੱਟ ਲੱਗ ਰਿਹਾ, ਕੋਲੇ ਦੀ ਕਮੀ ਹੈ, ਕਿਵੇਂ ਤੁਸੀਂ ਦੇਖਦੇ ਹੋ ਕੱਲ ਕੀ ਹਾਲਾਤ ਸੀ ਜਾਂ ਆਉਣ ਵਾਲੇ ਸਮੇਂ 'ਚ ਕੀ ਹਾਲਾਤ ਹੋ ਸਕਦੇ ਆ? ਦੇਖੋ ਰਾਤ ਵੀ ਕਰੀਬ 1.5-2 ਘੰਟੇ ਬਲੈਕ ਆਊਟ ਰਿਹਾ ਫਿਰੋਜ਼ਪੁਰ ਦੇ ਵਿੱਚ, ਔਰ ਇਹ ਸ਼ਹਿਰ ਤੇ ਪਹਿਲੇ ਹੀ ਕੋਵਿਡ ਕਰਕੇ ਬਹੁਤ ਵੱਡੇ ਨੁਕਸਾਨ 'ਚ ਹੈ। ਹੁਣ ਇਹਦੇ ਲਾਈਟ ਦੇ ਜੇ ਇਦਾਂ ਕੱਟ ਲੱਗਦੇ ਰਹਿਣਗੇ, ਸਮਾਲ ਸਕੇਲ ਇੰਡਸਟਰੀ ਉਹ ਬਿਲਕੁਲ ਬਰਬਾਦ ਹੋ ਜਾਏਗੀ। ਸੋ ਅਸੀਂ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗੇ ਕਿਉਂਕਿ ਸੈਂਟਰ ਨਾਲ ਰਿਲੇਟਡ ਮਸਲਾ ਹੈ, ਉਹਨਾਂ ਨੂੰ ਚਾਹੀਦਾ ਕਿ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਏ, ਕਿਉਂਕਿ ਜੇ ਇਦਾਂ ਕੱਟ ਲਗਾਤਾਰ ਕੱਲ ਦੁਪਹਿਰੇ ਸੀ ਅੱਜ ਵੀ ਹੈ ਤਾਂ ਇਦਾਂ ਦੇ ਜੇਕਰ ਕੱਟ ਲੱਗਦੇ ਰਹਿਣਗੇ ਇੰਡਸਟਰੀ ਕਿਸਾਨੀ ਬਹੁਤ ਵੱਡਾ ਨੁਕਸਾਨ ਹੋਏਗਾ। ਜਿਹੜਾ ਬਿਜਲੀ ਬੋਰਡ ਵੱਲੋਂ ਜਿਹੜੇ ਤੁਹਾਨੂੰ ਮੈਸੇਜ ਭੇਜੇ ਜਾ ਰਹੇ, ਆਮ ਲੋਕਾਂ ਨੂੰ ਮੈਸੇਜ ਭੇਜੇ ਜਾ ਰਹੇ, ਕਿਵੇਂ ਦੇਖਦੇ ਹੋ ਤੁਸੀਂ? ਕੀ ਹੁਣ ਵਰਤ ਰਹੇ ਹੋ, ਕਿਵੇਂ ਸੁਝਾਅ ਕਰ ਰਹੇ ਹੋ? ਹਾਂਜੀ, ਉਹ ਤਾਂ ਜਸਟ ਇੱਕ ਮੈਸੇਜ ਦੇ ਰਹੇ ਨੇ ਕਿ ਬਹੁਤ ਵੱਡਾ, ਡਾਇਰੈਕਟਲੀ ਨਹੀਂ ਕਹਿ ਰਹੇ, ਇਨਡਾਇਰੈਕਟਲੀ ਉਹਨਾਂ ਦਾ ਮਤਲਬ ਸਿਰਫ ਇਹੀ ਹੈ ਕਿ ਕੋਲੇ ਦੀ ਕਮੀ ਹੈ, ਉਹਦੇ ਕਰਕੇ ਸਾਡੇ ਜਿਹੜੇ ਪਾਵਰ ਪਲਾਂਟ ਨੇ ਉਹ ਬੰਦ ਹੋ ਜਾਣਗੇ ਔਰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ। ਕੱਟ ਹੋਣ ਕਰਕੇ ਉਹ ਆਪਣੀ ਸਥਿਤੀ ਸਪਸ਼ਟ ਕਰ ਰਹੇ ਨੇ ਕਿ ਜੇਕਰ ਕੱਟ ਲੱਗਦੇ ਨੇ ਉਹਦੇ 'ਚ ਬਿਜਲੀ ਬੋਰਡ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਗਲਤੀ ਨਹੀਂ ਹੈ, ਇਹ ਸਾਰਾ ਕੁਝ ਕੋਇਲਾ ਨਾ ਹੋਣ ਕਰਕੇ। ਤੁਸੀਂ ਆਮ ਲੋਕ ਕਿਵੇਂ ਸਹਿਯੋਗ ਦੇ ਰਹੇ, ਆਮ ਜਨਤਾ ਕਿਵੇਂ ਸਹਿਯੋਗ? ਦੇਖੋ ਅਸੀਂ ਤਾਂ ਜੋ ਉਹਨਾਂ ਦਾ ਮੈਸੇਜ ਮਿਲ ਰਿਹਾ, ਅਸੀਂ ਆਪਣੇ ਏਸੀ ਬੰਦ ਕਰਦੇ ਨੇ, ਲਾਈਟ ਦੀ ਕੰਜ਼ੰਪਸ਼ਨ ਕਾਫੀ ਘੱਟ ਕਰ ਦਿੱਤੀ, ਜਿੱਦਾਂ ਬਿਜਲੀ ਬੋਰਡ ਕਹਿ ਰਿਹਾ ਕਿ ਕੋਸ਼ਿਸ਼ ਕਰੋ ਕਿ ਬਿਜਲੀ ਦੀ ਖਪਤ ਘੱਟ ਜਾਵੇ, ਤਾਂ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਸਾਡੇ ਵੱਲੋਂ ਕੋਸ਼ਿਸ਼ ਜਿਹੜੀ ਹੈ ਉਹ ਕਾਫੀ ਨਹੀਂ ਹੈ। ਇਹਦੇ ਵਿੱਚ ਡਾਇਰੈਕਟ ਕੋਈ ਨਾ ਕੋਈ ਮਸਲਾ ਹੱਲ ਕਰਨਾ ਚਾਹੀਦਾ ਹੈ। ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ। ਬਿਲਕੁਲ ਗੌਰਵ, ਸਾਡੇ ਨਾਲ ਹੋਟਲ ਇੰਡਸਟਰੀ ਦੇ ਵੀ ਕੁਝ ਲੋਕ ਮੌਜੂਦ ਹੈ, ਕਿਉਂਕਿ ਸਿੱਧਾ ਅਸਰ ਪਹਿਲਾਂ ਕੋਵਿਡ ਤੋਂ ਬਾਅਦ ਹੁਣ ਜੇ ਬਿਜਲੀ ਨਹੀਂ ਆਉਂਦੀ ਤੇ ਹੋਟਲ ਇੰਡਸਟਰੀ ਦੇ ਲੋਕਾਂ ਨੂੰ ਬਹੁਤ ਮੁਸ਼ਕਲ ਆਏਗੀ। ਤੁਸੀਂ ਕਿਵੇਂ ਦੇਖਦੇ ਹੋ ਜੀ, ਕੀ ਮੁਸ਼ਕਲ ਆਏਗੀ? ਇਹ ਬਹੁਤ ਵੱਡੀ ਮੁਸ਼ਕਲ ਹੈ ਜੀ। ਦੇਖੋ ਮੇਰੀ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਰਿਕੁਐਸਟ ਹੈ ਕਿ ਕੋਵਿਡ ਕਰਕੇ ਅਸੀਂ ਹੋਟਲ ਵਾਲੇ ਬਹੁਤ ਪਹਿਲਾਂ ਹੀ ਬਹੁਤ ਸਫਰ ਕਰ ਰਹੇ ਹਾਂ, ਔਰ ਅੱਗੋਂ ਇਹ ਪਾਵਰ ਕੱਟਸ ਜੇ ਸ਼ੁਰੂ ਹੋ ਗਏ ਤੇ ਸਾਡੇ ਵਾਸਤੇ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ। तो ਇਹਨਾਂ ਨੂੰ ਬਹੁਤ ਮੇਰੇ ਵੱਲੋਂ ਫਿਰ ਦੁਬਾਰਾ ਰਿਕੁਐਸਟ ਹੈ ਜੀ ਕਿ ਇਹਨੂੰ ਪਲੀਜ਼ ਬੜਾ ਅੱਛੀ ਤਰ੍ਹਾਂ ਲੁੱਕ ਆਫਟਰ ਇਸ ਗੱਲ ਨੂੰ ਕੀਤਾ ਜਾਵੇ, ਗੰਭੀਰਤਾ ਨਾਲ ਲਿਆ ਜਾਵੇ ਇਸ ਵਿਸ਼ੇ ਨੂੰ। ਜੇ ਕੱਲ ਰਾਤ ਜਿਵੇਂ ਬਲੈਕ ਆਊਟ ਹੋਇਆ, ਕਿੰਨੀ ਦੇਰ ਜੇ ਘੰਟੇ ਦੇ ਨਾਲ ਤੁਹਾਨੂੰ ਕਿੰਨਾ ਹੋਰ ਖਪਤ ਕਰਨੀ ਪਏਗੀ? ਜਿਵੇਂ ਡੀਜ਼ਲ ਤੇ ਤੁਸੀਂ ਜਨਰੇਟਰ ਚਲਾਉਂਦੇ ਹੋ, ਕਿੰਨਾ ਨੁਕਸਾਨ ਹੋਰ ਵਧੇਗਾ ਹੋਟਲ ਇੰਡਸਟਰੀ? ਸਰ ਇਹ ਸਿੱਧਾ ਡਾਇਰੈਕਟ ਨੁਕਸਾਨ ਹੀ ਹੈ ਜੀ। ਡੀਜ਼ਲ ਪੈਟਰੋਲ ਤੁਹਾਨੂੰ ਪਤਾ ਹੀ ਕਿੱਥੇ ਰੇਟ ਪਹੁੰਚ ਸ਼ੂਟ ਅਪ ਕਰ ਚੁੱਕੇ ਨੇ ਇਹਨਾਂ ਦੇ, ਤੇ ਡੀਜ਼ਲ ਤੇ ਇੰਡਸਟਰੀਆਂ ਚਲਾਉਣਾ ਬਹੁਤ ਮੁਸ਼ਕਿਲ ਵਾਲਾ ਕੰਮ ਹੈ ਜੀ ਸਾਡੇ ਵਾਸਤੇ ਤਾਂ। ਬਿਲਕੁਲ ਗੌਰਵ, ਜਿੱਥੇ ਇੰਡਸਟਰੀ ਨੂੰ ਇਹਦਾ ਨੁਕਸਾਨ ਹੋਇਆ ਉੱਥੇ ਸਿੱਧਾ ਕਿਸਾਨਾਂ ਨੂੰ ਤੇ ਸਰਹੱਦੀ ਇਲਾਕਿਆਂ ਦੇ ਜਿਹੜੇ ਲੋਕ ਨੇ ਜਿਹੜੇ ਬਾਰਡਰ ਦੇ ਉੱਤੇ ਤੈਨਾਤ ਨੇ ਜਾਂ ਰਹਿੰਦੇ ਨੇ, ਉਹਨਾਂ ਨੂੰ ਵੀ ਇਸ ਬਲੈਕ ਆਊਟ ਦਾ ਕਾਫੀ ਨੁਕਸਾਨ ਝੱਲਣਾ ਪੈ ਸਕਦਾ। ਜੀ ਗੌਰਵ, ਤਾਂ ਬਿਲਕੁਲ, ਤਾਂ ਸਰਹੱਦੀ ਇਲਾਕੇ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਤਰੀਕੇ ਨਾਲ ਸਾਫ਼ ਤੌਰ ਤੇ ਪਤਾ ਲੱਗ ਰਿਹਾ ਕਿ ਬਿਜਲੀ ਦੇ ਕੱਟ ਲੱਗ ਰਹੇ ਨੇ, ਕਿਉਂਕਿ ਅਸੀਂ ਬਾਰ-ਬਾਰ ਇਹ ਵੀ ਜ਼ਿਕਰ ਕਰ ਰਹੇ ਹਾਂ ਕਿ ਇਹ ਉਹ ਮੌਸਮ ਹੈ ਜਦੋਂ ਬਹੁਤ ਜ਼ਿਆਦਾ ਏਸੀ ਨਹੀਂ ਚੱਲਦੇ, ਕੂਲਰ ਪੱਖੇ ਵੀ ਥੋੜੇ ਜਿਹੇ ਸਲੋ ਹੋਣੇ ਸ਼ੁਰੂ ਹੋ ਜਾਂਦੇ ਨੇ, ਖਾਸ ਤੌਰ ਤੇ ਸਵੇਰ ਦੇ ਸਮੇਂ। ਤਾਂ ਕੰਜ਼ੰਪਸ਼ਨ ਜਿਹੜੀ ਆ ਉਹ ਘਟੀ ਹੋਈ ਹੈ, ਯਾਨੀ ਜਿਹੜੀ ਡਿਮਾਂਡ ਹੈ ਉਹ ਘੱਟ ਹੈ ਜੇ ਆਪਾਂ ਜੁਲਾਈ ਜਾਂ ਫਿਰ ਜੂਨ ਦੇ ਨਾਲ ਕੰਪੇਅਰ ਕਰੀਏ, ਤੁਲਨਾ ਕਰੀਏ ਉਹਨਾਂ ਦੀ। ਫਸਲ ਨੂੰ ਵੀ ਅੱਜ ਦੀ ਡੇਟ 'ਚ ਝੋਨਾ ਪਾਣੀ ਨਹੀਂ ਚਾਹੀਦਾ ਜਦੋਂ ਝੋਨਾ ਲਗਾਉਣ ਦੇ ਸਮੇਂ ਪਾਣੀ ਚਾਹੀਦਾ ਹੁੰਦਾ ਹੈ। ਜੇ ਅੱਜ ਵੀ ਕਿੱਲਤ ਹੈ ਤਾਂ ਆਉਣ ਵਾਲੇ ਦਿਨਾਂ 'ਚ ਜਦੋਂ ਹੀਟਰ ਚੱਲਣਗੇ ਜਾਂ ਸਰਦੀ ਵਧੇਗੀ ਤਾਂ ਹੋਰ ਦਿੱਕਤ ਹੋ ਸਕਦੀ ਹੈ, ਤੇ ਉਸ ਤੋਂ ਬਾਅਦ ਜੇ ਅਗਲਾ ਸੀਜ਼ਨ ਦਾ ਅਸੀਂ ਜ਼ਿਕਰ ਕਰੀਏ ਤਾਂ ਉਹ ਵੀ ਸਭ ਦੇ ਜ਼ਿਹਨ 'ਚ ਜ਼ਰੂਰ ਹੋਏਗਾ। ਮੈਂ ਰੁਕ ਕਰਦਾ, ਮੈਂ ਇਸ ਵਿਚਾਲੇ ਸਾਡੇ ਨਾਲ ਮਨੀਸ਼ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਤਲਵੰਡੀ ਤੋਂ। ਮਨੀਸ਼, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਉਸ ਇਲਾਕੇ ਬਾਰੇ ਦੱਸੋ ਪੂਰਾ, ਕਿ ਬਿਜਲੀ ਦਾ ਸੰਕਟ ਕੋਈ ਹੈ ਉੱਥੇ ਜਾਂ ਨਹੀਂ ਹੈ? ਜਿਹੜੇ ਇਸ ਸਮੇਂ ਕਿਹਾ ਜਾ ਰਿਹਾ ਕਿ ਕੋਲੇ ਦੀ ਘਾਟ ਹੈ, ਕਿ ਉਸ ਦਾ ਅਸਰ ਨਜ਼ਰ ਆਉਣ ਲੱਗਿਆ ਕਿ ਨਹੀਂ ਹੈ? ਬਿਲਕੁਲ ਗੌਰਵ, ਜਿਸ ਤਰ੍ਹਾਂ ਪੰਜਾਬ ਦੀ ਆਪਾਂ ਸਾਰੇ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਇਤਿਹਾਸਕ ਨਗਰ ਤਲਵੰਡੀ ਸਾਬੋ ਤੇ ਉਸਦੇ ਇਲਾਕੇ 'ਚ ਵੀ ਜਿਹੜਾ ਕੋਲੇ ਦਾ ਅਸਰ ਦੇਖਣ ਨੂੰ ਮਿਲ ਰਿਹਾ। ਲਗਾਤਾਰ ਜਿਹੜੇ ਬਿਜਲੀ ਦੇ ਕੱਟ ਲੱਗ ਰਹੇ ਨੇ, ਕੱਲ ਵੀ 3 ਤੋਂ 4 ਘੰਟੇ ਸ਼ਹਿਰੀ ਕੱਟ ਜਿਹੜੇ ਲੱਗੇ ਨੇ, ਉਹਦੇ ਨਾਲ 7 ਤੋਂ 8 ਘੰਟੇ ਜਿਹੜੇ ਪੇਂਡੂ ਖੇਤਰਾਂ ਵਿੱਚ ਬਿਜਲੀ ਕੱਟ ਲਗਾਏ ਗਏ ਨੇ। ਜਗ੍ਹਾ ਜਗ੍ਹਾ ਕਿਸਾਨਾਂ ਨੇ ਧਰਨੇ ਲਾਏ। ਕੱਲ ਵੀ ਤਲਵੰਡੀ ਸਾਬੋ ਦੇ ਗ੍ਰਿਡ ਅੱਗੇ ਕਿਸਾਨਾਂ ਵੱਲੋਂ ਬਿਜਲੀ ਕੱਟ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ। ਇਸ ਦੇ ਨਾਲ ਤਲਵੰਡੀ ਸ਼ਹਿਰ 'ਚ ਵੀ ਕਾਫੀ ਜ਼ਿਆਦਾ ਜਿਹੜੀ ਮੁਸ਼ਕਿਲ ਹੈ ਲੋਕਾਂ ਨੂੰ ਆ ਰਹੀ ਹੈ। ਅਸੀਂ ਇਸ ਵਕਤ ਤਲਵੰਡੀ ਸਾਬੋ ਦੇ ਮੇਨ ਬਾਜ਼ਾਰ 'ਚ ਖੜੇ ਆ। ਸਾਡਾ ਦੁਕਾਨਦਾਰ ਕੁਝ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਟੇਲਰ ਨੇ ਜੋ ਜਿਨ੍ਹਾਂ ਦਾ ਕੰਮ ਹੀ ਬਿਜਲੀ ਤੇ ਚੱਲਦਾ, ਇਹਨੂੰ ਪੁੱਛਦੇ ਕਿਸ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ, ਕੱਟ ਲੱਗ ਰਹੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਜਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈਗਾ? ਸਾਨੂੰ ਪਹਿਲਾਂ ਤਾਂ ਜੀ ਬਹੁਤ ਜ਼ਿਆਦਾ ਕਰੋਨਾ ਨੇ ਪ੍ਰਭਾਵਿਤ ਕੀਤਾ ਹੈ। ਜੇ ਹੁਣ ਮਾੜਾ ਮੋਟਾ ਜੇ ਠੀਕ ਹੋ ਰਹੇ ਹੈ ਤਾਂ ਹੁਣ ਲਗਾਤਾਰ ਜਦੋਂ ਬਿਜਲੀ ਦੇ ਕੱਟ ਲੱਗ ਰਹੇ ਨੇ ਬਹੁਤ ਜ਼ਿਆਦਾ ਸਾਨੂੰ ਪ੍ਰਭਾਵਿਤ ਕਰ ਰਹੀ ਹੈ। ਅਸੀਂ ਤਾਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਲਾਈਟ ਦਾ ਪ੍ਰਬੰਧ ਕੀਤਾ ਜਾਵੇ ਤੇ ਕੋਲੇ ਦਾ ਇੰਤਜ਼ਾਮ
ਕੀਤਾ ਜਾਵੇ ਅਸੀਂ ਬਹੁਤ ਕੱਲ ਕਿੰਨਾ ਕੱਟ ਲੱਗਿਆ, ਕਿੰਨਾ ਕੁ ਮੁਸ਼ਕਲ, ਥੋੜਾ ਕੰਮ ਕਿੰਨਾ ਕੁ ਪ੍ਰਭਾਵਿਤ ਹੋ ਰਿਹਾ? ਠੀਕ ਹੈ, ਮੈਂ ਮਨੀਸ਼ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਸਾਡੇ ਨਾਲ ਇਸ ਸਮੇਂ ਜਦੋਂ ਨੂੰ ਕੰਮ ਕਰਦੇ ਆ ਉਦੋਂ ਨੂੰ ਲਾਈਟ ਵਗ ਜਾਂਦੀ ਹੈ। ਸਾਡਾ ਜਿਹੜਾ ਕੰਮ ਹੈ ਉਹ ਸਾਰਾ ਹੀ ਤਕਰੀਬਨ ਲਾਈਟ ਤੇ ਹੀ ਹੈ ਕਿ ਜੇ ਲਾਈਟ ਦਾ ਪ੍ਰਬੰਧ ਹੋ ਜੇ ਤਾਂ ਬਹੁਤ ਮਿਹਰਬਾਨੀ ਹੈ ਸੈਂਟਰ ਸਰਕਾਰ ਦੀ ਵੀ ਔਰ ਪੰਜਾਬ ਸਰਕਾਰ ਦੀ। ਧੰਨਵਾਦ ਜੀ ਗੌਰਵ। ਬਿਲਕੁਲ, ਤਾਂ ਇਸ ਸਮੇਂ ਦੀ ਸਥਿਤੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ PSPCL ਦੇ ਚੇਅਰਮੈਨ ਵੀ ਸਾਡੇ ਨਾਲ ਜੁੜਨ ਤਾਂ ਕਿ ਅਸੀਂ ਸਥਿਤੀ ਨੂੰ ਸਮਝ ਸਕੀਏ, ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਕਿ ਵਾਕਈ ਪੰਜਾਬ ਦੇ ਵਿੱਚ ਬਲੈਕਆਊਟ ਵਰਗਾ ਖਤਰਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਂ ਮਨੀਸ਼ ਦਾ ਇੱਕ ਵਾਰ ਫਿਰ ਤੋਂ ਰੁਕ ਕਰਦਾ। ਮਨੀਸ਼ ਸਾਡੇ ਸਹਿਯੋਗੀ ਤਲਵੰਡੀ ਸਾਬੋ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮਨੀਸ਼, ਤੁਸੀਂ ਜ਼ਿਕਰ ਕਰ ਰਹੇ ਸੀ ਜਿਹੜੇ ਉੱਥੇ ਲੋਕ ਕਹਿ ਰਹੇ ਨੇ ਕਿ ਬਿਜਲੀ ਕੱਟਾਂ ਦੇ ਨਾਲ ਪਰੇਸ਼ਾਨ ਹੋਣਾ ਪੈ ਰਿਹਾ ਹੈ, ਪਰ ਇਹ ਜਾਣਨਾ ਚਾਹਾਂਗੇ ਕਿੰਨੇ ਦਿਨਾਂ ਤੋਂ ਇਹ ਪਰੇਸ਼ਾਨੀ ਹੈ? ਕਿ ਇੱਕ ਦੋ ਦਿਨਾਂ ਦੇ ਵਿੱਚ ਹੈ, ਪਿਛਲੇ 24-48 ਘੰਟਿਆਂ 'ਚ ਦਿੱਕਤ ਹੋਈ ਹੈ, ਜਾਂ ਇਹ ਪਿਛਲੇ 10 ਦਿਨ ਦੀ ਕਹਾਣੀ ਹੈ? ਤੇ ਦੂਜੇ ਪਾਸੇ ਜਿਹੜਾ ਸਥਾਨਕ ਬਿਜਲੀ ਵਿਭਾਗ ਹੈ, ਜਿਹੜੇ ਉੱਥੇ ਸੰਬੰਧਿਤ ਅਧਿਕਾਰੀ ਨੇ, ਉਹ ਕੀ ਕਹਿ ਰਹੇ ਨੇ? ਉਹਨਾਂ ਦੇ ਵੱਲੋਂ ਕੀ ਤਰਕ ਦਿੱਤੇ ਜਾ ਰਹੇ ਨੇ? ਬਿਲਕੁਲ ਗੌਰਵ, ਇਹ ਅੱਜ ਦੀ ਨਹੀਂ ਹੈਗੀ, ਕੁਝ ਦਿਨਾਂ ਤੋਂ ਲਗਾਤਾਰ ਆ ਜਿਹੜੇ ਬਿਜਲੀ ਦੇ ਕੱਟ ਲੱਗ ਰਹੇ ਨੇ। ਜਿਸ ਤਰ੍ਹਾਂ ਸਾਡੀ ਕੱਲ ਵੀ ਅਧਿਕਾਰੀਆਂ ਨਾਲ, ਲੋਕਲ ਅਧਿਕਾਰੀਆਂ ਨਾਲ ਗੱਲਬਾਤ ਹੋਈ, ਉਹਨਾਂ ਦਾ ਕਹਿਣਾ ਕਿ ਕੋਲੇ ਦੀ ਸਮੱਸਿਆ ਕਰਕੇ ਪਿੱਛੋਂ ਕੱਟ ਦੇ ਹੁਕਮ ਆਉਂਦੇ ਨੇ ਤੇ ਜਦੋਂ ਹੀ ਕੱਟ ਦੇ ਹੁਕਮ ਆਉਂਦੇ ਨੇ ਤੁਰੰਤ ਕੱਟ ਲਗਾਇਆ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ, ਉਹਨੂੰ ਇਹਨੇ ਪੁੱਛਿਆ ਗਿਆ ਕਿ ਕਿੰਨੇ ਟਾਈਮ ਦਾ ਕੱਟ ਦੇ ਹੁਕਮ ਆਏ ਨੇ, ਕਿੰਨਾ ਟਾਈਮ ਕੱਟ ਲੱਗੇਗਾ, ਉਹਨਾਂ ਕੋਲ ਵੀ ਪੁਖਤਾ ਜਾਣਕਾਰੀ ਨਹੀਂ ਸੀ। ਉਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਹੀ ਸਾਨੂੰ ਪਟਿਆਲਾ ਤੋਂ ਹੁਕਮ ਹੁੰਦੇ ਨੇ, ਪਟਿਆਲਾ ਉਹਨਾਂ ਨੂੰ ਹੁਕਮ ਕਰਦਾ ਕਿ ਅੱਜ ਜਿਹੜਾ 3 ਘੰਟੇ ਦਾ ਕੱਟ ਲਗਾਇਆ ਜਾਵੇ, 4 ਘੰਟੇ ਦਾ ਕੱਟ ਲਗਾਇਆ ਜਾਵੇ, ਇਸ ਸਮੇਂ ਦਾ ਕੱਟ ਲਗਾਇਆ ਜਾਵੇ। ਉਸ ਸਮੇਂ ਦੇ ਜਿਹੜੇ ਕੱਟ ਲੱਗਦੇ ਨੇ, ਜਿਸ ਤਰ੍ਹਾਂ ਸ਼ਹਿਰੀ ਖੇਤਰ 'ਚ ਹੈ ਦੁਪਹਿਰ ਸਮੇਂ ਲਗਾਏ ਜਾਂਦੇ ਨੇ, ਪਿੰਡਾਂ 'ਚ ਨੇ ਸ਼ਾਮ ਦੇ ਸਮੇਂ ਕੱਟ ਲਗਾਏ ਜਾਂਦੇ ਨੇ। ਸਾਡਾ ਦੁਕਾਨਦਾਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਹਾਂਜੀ, ਕੱਲ ਕੱਟ ਲੱਗਿਆ, ਕਿੰਨਾ ਕੁ ਲੱਗਿਆ ਹੈਗਾ ਤੇ ਕਿੰਨੀ ਕੁ ਮੁਸ਼ਕਲ ਆਈ ਹੈਗੀ ਹੈ? ਕੱਲ ਦੇਖੋ ਨਵਰਾਤੇ ਵੀ ਹੁਣ ਸ਼ੁਰੂ ਹੋਏ ਨੇ, ਇਹਦੇ ਨਾਲ ਵਿਆਹ ਸਾਹਿਬ ਵੀ ਹੁਣ ਸ਼ੁਰੂ ਹੋਏਗਾ, ਕਿਉਂਕਿ ਪਹਿਲਾਂ ਸਰਾਧ ਸੀ, ਸਰਾਧਾਂ ਵਿੱਚ ਇੰਨਾ ਕੰਮ ਨਹੀਂ ਸੀਗਾ ਔਰ ਕੰਮ ਹੁਣ ਹੀ ਸ਼ੁਰੂ ਹੋਇਆ। ਕੰਮ ਸ਼ੁਰੂ ਹੁੰਦਿਆਂ ਹੀ ਕੱਲ ਦਿਨੇ ਬਿਜਲੀ 12 ਵਜੇ ਬਾਗੀ, ਕੱਟ ਦਾ ਵੀ ਨਹੀਂ ਕਿਹਾ ਵੀ ਲੱਗਿਆ, 12 ਵਜੇ ਦੀ ਗਈ, ਫਿਰ 3 ਵਜੇ ਆਈ, ਫਿਰ 3 ਵਜੇ ਆ ਕੇ ਫਿਰ ਕੱਟ ਲੱਗ ਗਿਆ, 10 ਅੱਧੇ ਘੰਟੇ ਬਾਅਦ ਫਿਰ ਸ਼ਾਮ ਨੂੰ 6 ਵਜੇ ਤੋਂ ਬਾਅਦ ਹੀ ਲਾਈਟ ਆਈ ਹੈ। ਉਹਦੇ ਨਾਲ ਕੀ ਹੈ, ਜਿਹੜਾ ਸਮਾਨ ਦਿਖਾਉਣਾ ਹੈਗਾ, ਸਮਾਨ ਅੰਦਰੋਂ ਕੱਢਣਾ ਹੈਗਾ, ਲੈ ਕੇ ਆਉਣਾ, ਗਾਹਕ ਦੇ ਮੂਹਰੇ ਕਰਨਾ ਹੈਗਾ, ਉਹ ਨਾ ਤਾਂ ਗਾਹਕ ਖੜਦਾ ਗਰਮੀ ਦੇ ਵਿੱਚ ਤੇ ਨਾ ਹੀ ਸਾਤੋਂ ਸਮਾਨ ਅੰਦਰੋਂ ਨਿਕਲਦਾ। ਇਹ ਸਾਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਦਿਨੇ ਗਾਹਕ ਵੀ ਦਿਨੇ ਨਿਕਲਦਾ ਔਰ ਲਾਈਟ ਵੀ ਦਿਨੇ ਨਹੀਂ ਹੁੰਦੀ ਹੈ, ਤੇ ਜੋ ਗਾਹਕ ਚਲਾ ਜਾਂਦਾ ਫਿਰ ਲਾਈਟ ਦਾ ਵੀ ਤੁਸੀਂ ਕੀ ਕਰਨਾ ਹੈ? ਤਿਉਹਾਰਾਂ ਦੇ ਦਿਨ ਵੀ ਆ, ਪਰ ਭਾਵੇਂ ਕਿਸਾਨਾਂ ਨੂੰ ਇਹ ਬਹੁਤੀ ਲੋੜ ਨਹੀਂ ਹੈਗੀ। ਕੀ ਲੱਗਦਾ ਤੁਹਾਨੂੰ, ਕਿੰਨੀ ਕੁ ਮੁਸ਼ਕਿਲ ਆ ਰਹੀ ਹੈਗੀ ਆਮ ਲੋਕ? ਦੇਖੋ ਜੀ, ਲਾਈਟ ਤਾਂ ਇੱਕ ਜ਼ਿੰਦਗੀ ਦਾ ਅਹਿਮ ਪਾਰਟ ਬਣ ਗਈ, ਇਹਦੇ ਬਿਨਾਂ 1 ਮਿੰਟ ਵੀ ਨਹੀਂ ਸਰਦਾ। ਪਰ ਇਹ ਮੁਸ਼ਕਿਲ ਜਿਹੜੀ ਪਿਛਲੇ 5-4 ਦਿਨਾਂ ਤੋਂ ਆ ਰਹੀ ਹੈ, ਕੋਈ ਜ਼ਿਆਦਾ ਲੰਬੀ ਤਾਂ ਨਹੀਂ ਹੈ ਇਹ ਪ੍ਰੋਬਲਮ ਆ। ਵੈਸੇ ਅਸੀਂ ਸਾਡੇ ਸੁਣ 'ਚ ਆਇਆ, ਰਾਤ CM ਸਾਹਿਬ ਨੇ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ। ਉਹ ਕਹਿੰਦੇ ਅਸੀਂ ਸੈਂਟਰ ਗੌਰਮੈਂਟ ਨਾਲ ਤਾਲਮੇਲ ਕਰਕੇ ਬਹੁਤ ਜਲਦੀ ਇਸ ਚੀਜ਼ ਦਾ ਹੱਲ ਕਰਾਂਗੇ। ਸਾਨੂੰ ਉਮੀਦ ਵੀ ਹੈ ਸਰਦਾਰ ਚੰਨੀ ਜੀ ਇਹਦਾ ਹੱਲ ਕਰਨਗੇ ਤੇ ਜੋ ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਸਾਨੂੰ ਪੂਰੀ ਲਾਈਟ ਮਿਲੇਗੀ। ਬਿਲਕੁਲ, ਲੋਕ ਉਮੀਦ ਵੀ ਕਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਕੋਈ। ਠੀਕ ਹੈ ਮਨੀਸ਼, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ PSPCL ਦੇ ਚੇਅਰਮੈਨ ਜੁੜ ਚੁੱਕੇ ਨੇ, वेणुगोपाल जी। सर, स्वागत है ਤੁਹਾਡਾ न्यूज़ 18 पंजाब ਦੇ ਉੱਤੇ। सर, फर्स्ट क्वेश्चन, क्या पंजाब में अभी किल्लत है किसी तरह की बिजली की? क्योंकि ब्लैकआउट जैसा खतरा इसका जिक्र हो रहा है कि पंजाब में ब्लैकआउट जैसी स्थिति बन सकती है। PSPCL ਦੇ ਚੇਅਰਮੈਨ वेणु प्रसाद जी ਸਾਡੇ ਨਾਲ ਫੋਨ ਲਾਈਨ ਤੇ ਨੇ। सर, मेरी आवाज आ रही है आप तक? सर, मेरी आवाज आ रही है आप तक? शुक्रिया सर, धन्यवाद हमारे साथ जुड़ने के लिए। लग रहा है उन्होंने आवाज सर तक नहीं पहुंच रही। ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਗੱਲਬਾਤ ਹੋ ਸਕੇ ਉਹਨਾਂ ਦੇ ਨਾਲ, ਤਾਂ ਕਿ ਪੰਜਾਬ ਦੇ ਲੋਕਾਂ ਤੱਕ ਸਥਿਤੀ ਪਹੁੰਚ ਸਕੇ, ਕਲੀਅਰ ਹੋ ਸਕੇ ਕਿ ਆਖਿਰ ਵਾਕਈ ਇਸ ਸਮੇਂ ਮੌਜੂਦਾ ਸਥਿਤੀ ਹੈ ਕੀ।
ਤੇ ਇਸ ਵਿਚਾਲੇ ਕੋਲੇ ਸੰਕਟ ਦੇ ਨਾਲ ਇੱਕ ਹੋਰ ਵੱਡੀ ਖਬਰ ਜੁੜੀ ਹੋਈ ਹੈ ਤੇ ਕੋਲਾ ਸੰਕਟ ਦੇ ਉੱਤੇ ਕੇਂਦਰ ਦਾ ਬਿਆਨ ਸਾਹਮਣੇ ਆਇਆ। ਜਿਹਾਂ ਕੇਂਦਰੀ ਪਾਵਰ ਮਿਨਿਸਟਰੀ ਉਹਨਾਂ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਤੇ ਕਿਹਾ ਕਿ ਹਾਲਾਤ ਦੇ ਉੱਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸਪਲਾਈ ਵਧਾਉਣ ਦੇ ਉੱਤੇ ਕੰਮ ਚੱਲ ਰਿਹਾ ਹੈ। ਡਿਮਾਂਡ ਵਧਣ ਦੇ ਨਾਲ ਇਹ ਸੰਕਟ ਵਧਿਆ ਹੈ ਤੇ ਖਾਨਾਂ ਵਾਲੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਹੈ। ਇਸ ਵਜ੍ਹਾ ਨਾਲ ਜਿਹੜੀ ਸਪਲਾਈ ਹੈ ਉਹ ਪ੍ਰਭਾਵਿਤ ਹੋ ਰਹੀ ਹੈ। ਤਾਂ ਕੋਲੇ ਦੀ ਜਿਹੜੀ ਘਾਟ ਵਾਲਾ ਮੁੱਦਾ ਹੈ ਇਸ ਸਮੇਂ ਸਿਰਫ ਪੰਜਾਬ ਦੇ ਸਾਹਮਣੇ ਨਹੀਂ ਬਲਕਿ ਹੋਰ ਵੀ ਜਿਹੜੇ ਦੇਸ਼ ਦੇ ਵਿੱਚ ਥਰਮਲ ਪਲਾਂਟ ਨੇ ਉਹਨਾਂ ਦੇ ਸਾਹਮਣੇ ਵੀ ਇਸ ਕਰਕੇ ਲਗਾਤਾਰ ਜ਼ਿਕਰ ਹੋਇਆ ਕਿ ਕੋਲੇ ਦੀ ਕਮੀ ਪੂਰੇ ਦੇਸ਼ ਦੇ ਵਿੱਚ ਨਜ਼ਰ ਆਈ ਹੈ। ਤਾਂ ਹੁਣ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਕੇਂਦਰੀ ਬਿਜਲੀ ਵਿਭਾਗ ਦੇ ਵੱਲੋਂ, ਮੰਤਰਾਲੇ ਦੇ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਜਿਸ ਥਾਵਾਂ ਦੇ ਉੱਤੇ ਕੋਲੇ ਦੀਆਂ ਖਾਨਾਂ ਨੇ ਉੱਥੇ ਇਸ ਸਮੇਂ ਭਾਰੀ ਬਰਸਾਤ ਹੈ। ਬਰਸਾਤ ਦੀ ਵਜ੍ਹਾ ਦੇ ਨਾਲ ਪਾਣੀ ਵੀ ਭਰ ਜਾਂਦਾ ਉੱਥੇ। ਇਹ ਆਮ ਤੌਰ ਤੇ ਪਹਿਲਾਂ ਵੀ ਕਈ ਵਾਰ ਇਹ ਮੁੱਦਾ ਬਣ ਚੁੱਕਿਆ ਹੈ ਤੇ ਕਈ ਵਾਰ ਅਜਿਹੀਆਂ ਖਬਰਾਂ ਆਈਆਂ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਪੈ ਰਿਹਾ ਮੀਂਹ ਕੋਲੇ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਰਿਹਾ।